ਸਾਚਾ ਸਾਹਿਬ ਸਚ ਨਾਏ ਭਾਖਿਆ ਭਉ ਅਪਾਰ। ਆਖੇ ਮੰਗੇ ਦੇਹ ਦੇਹ ਦਾਤ ਕਰੇ ਦਾਤਾਰ। ਫਿਰ ਕੇ ਅੱਗੇ ਰਖੀਐ ਜਿਤ ਦਿਸੈ ਦਰਬਾਰ। ਮੂੰਹ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ। ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ। ਕਰਮੀ ਆਵੈ ਕਪੜਾ ਨਦਰੀ ਮੁਖ ਦੁਆਰ। ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ। ਜਪਜੀ ਸਾਹਿਬ ਦੀ ਪੰਜਵੀਂ ਪੌੜੀ ਦੀ ਛੋਟੀ ਜਿਹੀ ਵਿਚਾਰ ਕਰਨ ਲੱਗੇ ਹਾਂ, ਕਿਉਂਕਿ ਇਹਦੀਆਂ ਕੁਝ ਪੰਕਤੀਆਂ ਦੇ ਉੱਤੇ ਬੜੀ ਵਿਚਾਰ ਚਰਚਾ ਹੁੰਦੀ ਆ। ਨੈਟ ਤੇ ਵੀ ਹੋਈ ਅੰਮ੍ਰਿਤ ਵੇਲੇ, ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ ਦੀਆਂ ਪੰਕਤੀਆਂ। ਇਹਦੇ ਵਾਸਤੇ ਇਹਨਾਂ ਪੰਕਤੀਆਂ ਨੂੰ ਸਮਝਣ ਵਾਸਤੇ ਸਾਰੀ ਪੌੜੀ ਦੀ ਵਿਚਾਰ ਕਰਨੀ ਪੈਣੀ। ਜੋ ਗੁਰੂ ਨਾਨਕ ਪਾਤਸ਼ਾਹ ਨੇ ਪਹਿਲੀ ਪੰਕਤੀ 'ਚ ਲਿਖਦੇ, ਕਹਿੰਦੇ ਸਾਚਾ ਸਾਹਿਬ, ਉਹੜਾ ਸਾਹਿਬ ਆ ਉਹ ਰੱਬ ਆ, ਉਹ ਸੱਚ ਵਾ, ਮਤਲਬ ਹੋਂਦ ਵਾਲਾ ਵਾ, ਹੈ ਸੱਚ ਉਹ ਹੁੰਦਾ ਜਿਹੜਾ ਹੈਗਾ, ਝੂਠ ਦੀ ਕੋਈ ਹੋਂਦ ਨਹੀਂ ਹੁੰਦੀ, ਨਹੀਂ ਹੁੰਦਾ। ਉਹਨਾਂ ਆਖਿਆ ਹੋਂਦ ਸੱਚ ਹੋਂਦ ਵਾਲਾ ਜਿਹੜਾ ਹੈਗਾ ਵਾ, ਸੱਚ ਨਾਏ ਉਹਦਾ ਨਿਆਏ ਜਿਹੜਾ ਇਨਸਾਫ। ਭਾਈ ਸਾਹਿਬ ਸਿੰਘ ਹੋਣਾ, ਪ੍ਰੋਫੈਸਰ ਸਾਹਿਬ ਸਿੰਘ ਹੋਣਾ ਇਹਦੇ ਨਿਆਏ ਅਰਥ ਕੱਢੇ। ਇਹਦਾ ਇਨਸਾਫ ਵੀ ਸੱਚ ਆ। ਸਾਚਾ ਸਾਹਿਬ ਸੱਚ ਨਾਏ ਭਾਖਿਆ ਬੋਲੀ, ਭਾਖਿਆ ਨੂੰ ਬੋਲੀ ਕਹਿਣਾ, ਭਾਖਿਆ ਭਉ ਅਪਾਰ, ਬੇਅੰਤ ਜਿਹੜਾ ਪਿਆਰ ਆ ਨਾ ਉਹਦੀ ਬੋਲੀ ਆ। ਆਖੇ ਮੰਗੇ ਦੇਹ ਦੇਹ ਦਾਤ ਕਰੇ ਦਾਤਾ। ਕੋਈ ਆਖਦਾ ਵਾ ਵੀ ਰੱਬਾ ਦੇ ਹੋਏ, ਤੇ ਕੋਈ ਮੰਗਦਾ ਆਪੇ ਹੱਥ ਜੋੜ ਕੇ ਵੀ ਦੇ, ਆਪੋ ਆਪਣੇ ਢੰਗ। ਦਾਤ ਕਰੇ ਦਾ ਤਾਰ, ਉਹ ਸਾਰੇ ਦੇ ਕਹਿੰਦੇ, ਸਾਰੇ ਮੰਗਦੇ, ਉਹਦੇ ਕੋਲ ਕੋਈ ਉਹਨੂੰ ਦਿੰਦਾ ਨਹੀਂ, ਉਹਦੇ ਕੋਲ ਸਾਰੇ ਮੰਗਦੇ ਆ। ਉਹ ਦਾਤਾ ਫਿਰ ਦਾਤਾਂ ਦਿੰਦਾ ਲੋਕਾਂ ਨੂੰ। ਫਿਰ ਜਿਹੜੇ ਗਾੜੀਆਂ ਪੰਕਤੀਆਂ ਇਹਨਾਂ ਨੂੰ ਬੜੇ ਧਿਆਨ ਨਾਲ ਸਰਵਣ ਕਰਨਾ ਪੈਣਾ, ਕਿਉਂਕਿ ਇਹਨਾਂ ਦੇ ਨਾਲ ਹੀ ਅਰਥ ਨਿਕਲਣੇ ਆ ਗਾੜੀ ਜਾ ਕੇ। ਜਿਵੇਂ ਅਗਲੀਆਂ ਪੰਕਤੀਆਂ ਗੁਰੂ ਨਾਨਕ ਸਾਹਿਬ ਹੋਣਾ ਲਿਖਿਆ, ਕਹਿੰਦੇ ਫਿਰ ਕੇ ਅੱਗੇ ਰੱਖੀਐ, ਵੀ ਅੱਗੇ ਉਹਦੇ ਕੀ ਰੱਖਾਂਗੇ, ਜਿਤ ਦਿਸੈ ਦਰਬਾਰ। ਵੀ ਜੇ ਉਹ ਰੱਬ ਦਿਖ ਗਿਆ, ਸੱਚਾਈ ਦਾ ਪਤਾ ਲੱਗ ਗਿਆ, ਦਰਸ਼ਨ ਉਹਦੇ ਹੋ ਗਏ, ਫਿਰ ਅੱਗੇ ਕੀ ਰੱਖਾਂਗੇ ਉਹਦੇ। ਇਹ ਪ੍ਰਸ਼ਨਵਾਚਕ ਪੰਕਤੀਆਂ ਵਾ। ਫਿਰ ਕੇ ਅੱਗੇ ਰੱਖੀਐ, ਫਿਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ। ਵੀ ਜੇ ਦਰਬਾਰ ਉਹਦੇ ਸੱਚਾਈ ਦੇ ਦਰਸ਼ਨ ਹੋ ਗਏ, ਉਹਦੇ ਰੱਖਾਂਗੇ ਕੀ। ਮੂੰਹ ਕੇ ਬੋਲਣ ਬੋਲੀਏ, ਫਿਰ ਮੂੰਹ ਕਿਹੜੇ ਬੋਲ ਬੋਲਾਂਗੇ, ਜਿਤ ਸੁਣ ਧਰੇ ਪਿਆਰ। ਵੀ ਜਿਹੜਾ ਸੁਣ ਕੇ ਉਹ ਸਾਨੂੰ ਪਿਆਰ ਕਰੇ, ਦੁਲਾਰੇ ਮਿਹਰਾਂ ਕਰੇ ਜਿਹੜੀਆਂ। ਇਹ ਦੋ ਪੰਕਤੀਆਂ ਪ੍ਰਸ਼ਨਵਾਚਕ ਆ। ਫਿਰ ਕੇ ਅੱਗੇ ਰੱਖੀਏ ਜਿਤ ਦਿਸੈ ਦਰਬਾਰ, ਮੂੰਹ ਕੇ ਬੋਲਣ ਬੋਲੀਏ ਜਿਤ ਸੁਣ ਧਰੇ ਪਿਆਰ। ਫਿਰ ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ। ਸਾਡਾ ਇੱਕ ਮਨੁੱਖੀ ਸੁਭਾਅ ਆ, ਜਦੋਂ ਅਸੀਂ ਕਿਸੇ ਇਨਸਾਨ ਨੂੰ, ਜਿਵੇਂ ਸਾਧ ਸੰਤ ਹੋਏ ਆ, ਕੋਈ ਕਿਸੇ ਨੂੰ ਰੱਬ ਮੰਨਦਾ ਵਾ, ਕੋਈ ਕਿਸੇ ਨੂੰ ਇੱਕ ਓਂਕਾਰ ਦਾ ਤੇ ਸਿਧਾਂਤ ਕੋਈ ਸਿਰਲਾ ਹੀ ਮੰਨਦਾ ਵੀ ਰੱਬ ਇੱਕ ਆ। ਤੇ ਜਿਹੜੇ ਕਿ ਸਾਧ ਨੂੰ, ਕਿਸੇ ਨੂੰ ਅਸੀਂ ਜ਼ਿਆਦਾ ਮੰਨਦੇ ਆ, ਅਸੀਂ ਉਹਦੇ ਵਾਸਤੇ ਇੱਕ ਐਸਾ ਅਲਫਾਜ਼ ਕੱਢਣਾ ਚਾਹੁੰਦੇ ਆ ਜਿਹੜਾ ਸਭ ਤੋਂ ਮਹੱਤਵਪੂਰਨ ਹੋਏ, ਸਭ ਤੋਂ ਜ਼ਿਆਦਾ ਮਤਲਬ ਕਿ ਉੱਚਾ ਜਿਹਨੂੰ ਅਲਫਾਜ਼ ਕਹਿ ਦਾਂਗੇ। ਫਿਰ ਅਸੀਂ ਉਹ ਸਾਧ ਨੂੰ, ਬੰਦੇ ਨੂੰ ਫਿਰ ਅਸੀਂ ਰੱਬ ਕਹਿੰਦੇ ਆ। ਕੋਈ ਆਪਣੇ ਪਿਆਰ ਨੂੰ ਰੱਬ ਕਹਿੰਦਾ ਵਾ, ਕੋਈ ਕਿ ਸਾਧ ਸੰਤ ਨੂੰ ਵੀ ਇਹ ਸਾਡਾ ਰੱਬ ਆ ਜੀ, ਇਹ ਸਾਧ ਜਿਹੜਾ ਵਾ ਇਹ ਸਾਡਾ ਰੱਬ ਆ। ਕਿਉਂਕਿ ਰੱਬ ਅਸੀਂ ਉੱਚਾ ਬੜਾ ਲਫ਼ਜ਼ ਮੰਨਦੇ, ਸਭ ਤੋਂ ਉੱਚਾ ਲਫ਼ਜ਼ ਆ ਰੱਬ ਜਿਹੜੀ ਇਨਸਾਨੀ ਬੋਲੀ ਦਾ। ਕੋਈ ਗੋਡ ਕਹਿੰਦਾ, ਕੋਈ ਰੱਬ। ਫਿਰ ਜਿਹਨੂੰ ਅਸੀਂ ਜ਼ਿਆਦਾ ਪਿਆਰ ਕਰਦੇ ਹਾਂ, ਰੱਬ ਦੇ ਨਾਂ ਨਾਲ ਪੁਕਾਰਦੇ ਵੀ ਇਹ ਸਾਡਾ ਰੱਬ ਆ ਜੀ, ਜਿੱਥੇ ਸਾਨੂੰ ਜ਼ਿਆਦਾ ਸ਼ਰਧਾ ਪ੍ਰਗਟ ਹੁੰਦੀ ਹੈ। ਇਹ ਨਹੀਂ ਕਿ ਉਹ ਬੰਦਾ ਰੱਬ ਹੋ ਜਾਂਦਾ, ਉਹ ਬਸ ਸਾਡਾ ਉਹਨੂੰ ਕਹਿਣ ਦਾ ਢੰਗ ਹੁੰਦਾ ਵਾ ਵੀ ਇਹ ਬਹੁਤ ਵਾ ਸਾਡੀ ਜ਼ਿੰਦਗੀ ਦਾ ਸਭ ਤੋਂ ਜਿਹੜਾ ਵਾ ਕੀਮਤੀ ਬੰਦਾ, ਰੱਬ ਕਹਿ ਕੇ ਪੁਕਾਰਦੇ ਆ। ਤੇ ਸਵੇਰ ਵੇਲੇ ਜਿਹਦੇ ਅੰਮ੍ਰਿਤ ਵੇਲਾ ਇੱਥੇ ਲਿਖਿਆ ਗਿਆ ਵਾ, ਅੰਮ੍ਰਿਤ ਵੇਲਾ ਸਵੇਰ ਵੇਲੇ ਨੂੰ ਸਾਧਾ ਸੰਤਾ ਕਿਹਾ। ਸਵੇਰ ਦੀ ਜਿਹੜੀ ਆ ਬੜੀ ਜਿਹੜੀ ਆ ਇਹ ਕੀਮਤੀ ਸਮਾਂ ਮਿਥਿਆ ਗਿਆ।
ਸਵੇਰ ਦਾ ਸਮਾਂ ਸਭ ਤੋਂ, ਜੇ ਸਾਇੰਸ ਅਨੁਸਾਰ ਵੀ ਵੇਖੀਏ ਤੇ ਕਹਿੰਦੇ ਰਾਤ ਨੂੰ ਜਦੋਂ ਇਨਸਾਨ ਕੋਈ ਬਿਮਾਰ ਹੁੰਦਾ ਨਾ, ਕਿਉਂਕਿ ਇਹ ਸਮਾਂ ਜ਼ਿਆਦਾ ਦੁਨੀਆ ਦੇ ਸੌਣ ਤੋਂ ਬਾਅਦ ਉੱਠਣ ਦਾ ਸਮਾਂ ਮਿਥਿਆ ਗਿਆ ਵੀ ਰਾਤ ਨੂੰ ਸੌਂਦੇ ਸਵੇਰੇ ਉੱਠਣਾ। ਬਾਕੀ ਚਲੋ ਕੰਮਾਂ ਕਾਰਾਂ 'ਚ ਕਿਸੇ ਦੀ ਰਾਤ ਦੀ ਸ਼ਿਫਟ ਹੋ ਜਾਂਦੀ, ਗੱਲ ਵੱਖਰੀ ਆ। ਵੈਸੇ ਸਮਾਂ ਸਵੇਰੇ ਜਾਗਣ ਦਾ ਸਮਾਂ ਮਿਥਿਆ ਵਾ, ਸਵੇਰ। ਤੇ ਜਦੋਂ ਕੋਈ ਬਿਮਾਰ ਹੁੰਦਾ ਵਾ, ਮਾਂ ਪਿਓ ਵੀ ਛੋਟੇ ਹੁੰਦੇ ਨੇ ਕਹਿੰਦੇ ਹੁੰਦੇ ਸੀ ਵੀ ਦਵਾਈ ਖਾ ਕੇ ਤੇ ਸੌਂ ਜਾ, ਸੌਂ ਕੇ ਉੱਠੂਗਾ ਤੇ ਠੀਕ ਹੋ ਜਾਊਗਾ। ਡਾਕਟਰ ਵੀ ਜਦੋਂ ਜ਼ਿਆਦਾ ਬਿਮਾਰ ਹੋਏ ਨਾ ਕਹਿ ਦਿੰਦੇ ਆ ਵੀ ਜਦੋਂ ਇਹਨੂੰ ਨੀਂਦ ਆ ਗਈ ਨਾ ਫਿਰ ਇਹਨੇ ਠੀਕ ਹੋ ਜਾਣਾ। ਕਿਉਂਕਿ ਜਦੋਂ ਨੀਂਦ ਆ ਜਾਂਦੀ ਆ, ਕੁਦਰਤ ਨੂੰ ਇੱਕ ਕੁਦਰਤੀ ਇੱਕ ਮੌਕਾ ਮਿਲਦਾ ਵਾ ਇਨਸਾਨ ਦੇ ਜਿਹੜੀ ਵਿੱਚ ਕਿਰਿਆ ਗਲਤ ਹੋ ਗਈ ਸਰੀਰ ਦੇ, ਉਹਨੂੰ ਸਹੀ ਕਰਨ ਦਾ। ਉਹ ਕਿਰਿਆ ਸਹੀ ਕਰਦੇ ਆ ਫਿਰ ਵੀ ਉਹ ਸਮੇਂ ਦੇ ਦੌਰਾਨ ਜਦੋਂ ਬੰਦਾ ਸੌਂਦਾ ਫਿਰ ਕਿਰਿਆ ਆਪਣੇ ਆਪ ਸੈੱਟ ਹੁੰਦੀ, ਜੋ ਸਰੀਰ ਦੇ ਵਿੱਚ ਉਲਟ ਹੋ ਜਾਂਦੇ ਨੇ ਕਿਰਿਆਵਾਂ ਉਹ ਫਿਰ ਸੈੱਟ ਹੁੰਦੀਆਂ, ਸਰੀਰ ਦਾ ਤਾਪਮਾਨ ਵੱਧ ਜਾਂਦਾ, ਫਿਰ ਆਪੇ ਸੈੱਟ ਹੁੰਦਾ ਨੀਂਦ ਆਉਣ ਨਾਲ। ਰਾਤ ਨੂੰ ਬਹੁਤੀ ਟੈਨਸ਼ਨ 'ਚ ਹੋਈਏ ਸੌਈਏ ਤੇ ਕੁਛ ਟੈਨਸ਼ਨ ਵੀ ਘਟ ਜਾਂਦੀ ਹੈ। ਰਾਤ ਨੂੰ ਫਿਰ ਦਿਮਾਗ ਜਿਨ੍ਹਾਂ ਦਾ ਦਿਮਾਗ ਨਹੀਂ ਸੌਂਦਾ ਸੌਣ ਲੱਗਿਆ, ਫਿਰ ਉਹ ਸਵੇਰੇ ਵੀ ਤਰੋਤਾਜ਼ਾ ਨਹੀਂ ਮਹਿਸੂਸ ਕਰਦੇ। ਜਦੋਂ ਰਾਤ ਨੂੰ ਦਿਲ ਤੋਂ ਸਵਾ ਜਦੋਂ ਸਾਰਾ ਸਰੀਰ ਸੌਂ ਜਾਂਦਾ, ਦਿਮਾਗ ਵੀ ਸੋਚਣਾ ਛੱਡ ਦਿੰਦਾ, ਸਵੇਰੇ ਉੱਠਦਾ ਨਾ ਤਾਜ਼ਾ ਹੁੰਦਾ। ਜਿਹੜੇ ਬੱਚੇ ਪੜ੍ਹਦੇ ਆ ਉਹ ਸਵੇਰੇ ਉੱਠ ਕੇ ਕਿਉਂ ਪੜ੍ਹਦੇ ਆ? ਕਿਉਂਕਿ ਸਵੇਰੇ ਸਵੇਰੇ ਤਾਜ਼ੇ ਦਿਮਾਗ 'ਚ ਫਿਰ ਜ਼ਿਆਦਾ ਜਿਹੜੀ ਸਾਡੀ ਮੈਮਰੀ ਜਿਹੜੀ ਸੇਵ ਕਰਦੀ ਚੀਜ਼ ਜ਼ਿਆਦਾ ਛੇਤੀ ਪਕੜ ਵਿੱਚ ਲਿਆਉਂਦੀ ਆ। ਜਿਹੜੇ ਸਾਧ ਸਮਾਧੀ ਲਾਉਂਦੇ ਆ ਸਵੇਰੇ ਲਾਉਂਦੇ, ਕਿਉਂਕਿ ਸਾਡਾ ਦਿਮਾਗ ਤਾਜ਼ਾ ਹੁੰਦਾ, ਜਿਹੜੀ ਵੀ ਚੀਜ਼ ਨੂੰ ਫੜਦੇ ਛੇਤੀ ਫੜਦਾ ਦਿਮਾਗ। ਇਹ ਕਰਕੇ ਸਮੇਂ ਦੀ ਮਹਾਨਤਾ ਨੂੰ ਵੇਖਦੇ ਹੋਏ ਮਹਾਨਤਾ ਬੜੀ ਰੱਖਦਾ ਸਮਾਂ, ਤੇ ਸਾਧਾਂ ਸੰਤਾਂ ਨੇ ਇਹਨੂੰ ਅੰਮ੍ਰਿਤ ਵੇਲੇ ਦੇ ਨਾਂ ਨਾਲ ਪੁਕਾਰਿਆ ਹੈ। ਇਹ ਸਵੇਰ ਹੀ ਆ, ਕਿਉਂਕਿ ਇਹ ਸਮੇਂ ਦੀ ਮਹਾਨਤਾ ਬੜੀ ਪੁਰਾਣੇ ਰਿਸ਼ੀਆਂ ਮੁਨੀਆਂ ਨੇ ਮੰਨੀ। ਇਹ ਸਮੇਂ ਦੀ ਮਹਾਨਤਾ ਵੀ ਉੱਠ ਕੇ ਸਮਾਧੀ ਲਾਉਣ ਵਾਸਤੇ ਬੜਾ ਵਧੀਆ ਸਮਾਂ ਵਾ। ਇਸ ਕਰਕੇ ਉਹਨਾਂ ਨੇ ਰਿਸ਼ੀਆਂ ਮੁਨੀਆਂ ਨੇ ਸਵੇਰ ਨੂੰ ਪ੍ਰਭਾਤ ਨੂੰ ਅੰਮ੍ਰਿਤ ਵੇਲੇ ਦੇ ਨਾਂ ਨਾਲ ਪੁਕਾਰਿਆ, ਕਿਉਂਕਿ ਇਹਦੀ ਮਹਾਨਤਾ ਬੜੀ ਸਮੇਂ ਦੀ। ਜੇ ਸਾਇੰਸ ਵਿੱਚ ਵੀ ਲਾਓ ਤੇ ਜੇ ਸਾਧਾਂ ਰਿਸ਼ੀਆਂ ਮੁਨੀਆਂ ਨੇ ਵੀ ਇਹਦੀ ਮਹਾਨਤਾ ਬੜੀ ਮੰਨੀ ਆ, ਇਸ ਕਰਕੇ ਇਹ ਸਮੇਂ ਨੂੰ ਅੰਮ੍ਰਿਤ ਵੇਲਾ ਕਿਹਾ ਗਿਆ ਵਾ, ਸਵੇਰ ਦੇ ਸਮੇਂ। ਵੈਸੇ ਗੁਰਬਾਣੀ ਦਾ ਲਾਈਏ ਤੇ ਗੁਰਬਾਣੀ ਤੇ ਕਹਿੰਦੀ ਜੇ ਵੇਲਾ ਵਕਤ ਵਿਚਾਰੀਏ ਕਿਤੇ ਵੇਲੇ ਭਗਤ ਹੋਏ। ਵੀ ਜੇ ਵੇਲਾ ਵਕਤ ਦੀ ਵਿਚਾਰ ਕਰੀਏ ਵੀ ਸਵੇਰੇ ਸਵੇਰੇ ਪੜ੍ਹਿਆ ਜਾਣਾ ਜੇ ਸ਼ਾਮਾਂ ਨੂੰ ਨਹੀਂ, ਤੇ ਫਿਰ ਭਗਤੀ ਕਿਹੜੇ ਵੇਲੇ ਹੋ ਸਕਦੀ ਹੈ? ਕੋਈ ਗ੍ਰੰਥ ਇਹ ਨਹੀਂ ਕਹਿੰਦਾ ਵੀ ਸਵੇਰੇ ਸਵੇਰੇ ਰੱਬ ਦੇ ਦਰਸ਼ਨ ਹੋਏ ਤਾਂ ਸ਼ਾਮਾਂ ਨੂੰ ਨਹੀਂ ਹੋਏ। ਹੁਣ ਜਿਹੜੇ ਵੀਰ ਰਾਤ ਦੀਆਂ ਸ਼ਿਫਟਾਂ ਲਾਉਂਦੇ ਆ, ਸਵੇਰੇ 4 ਵਜੇ ਸ਼ਿਫਟ ਤੋਂ ਆਇਆ, ਜੇ ਆਖੇ ਵੀ ਜਪਜੀ ਸਾਹਿਬ ਦਾ ਪਾਠ ਸਿਰਫ 5 ਮਿੰਟਾਂ 'ਚ ਮੁਕਾ ਕੇ ਤੇ ਸੌਂ ਜਾ, ਤੇ ਉਹ ਤੇ ਫਿਰ ਮੁਕਾਉਣ ਦਾ ਹੱਲ ਹੋ ਗਿਆ ਨਾ, ਮੁਕਾਇਆ ਉਹ ਸਮਝਿਆ ਨਹੀਂ। ਜੋ 4 ਵਜੇ ਸ਼ਿਫਟ ਤੋਂ ਆਇਆ ਵਾ ਘਰ ਆਪਣਾ ਜੇ ਰੋਟੀ ਖਾ ਕੇ ਸੌਂ ਜੇ 12 ਵਜੇ ਉੱਠੇ, 12 ਵਜੇ ਉੱਠ ਕੇ ਤਰੋਤਾਜ਼ਾ ਹੋ ਕੇ ਨਹਾ ਕੇ ਬਾਣੀ ਪੜ੍ਹੇ ਨਾ ਠਰਾ ਕੇ, ਆਨੰਦ ਵੀ ਜ਼ਿਆਦਾ ਆਊ ਤੇ ਸਮਝ ਵੀ ਗੁਰਬਾਣੀ ਦੀ ਜ਼ਿਆਦਾ ਆਊਗੀ। ਕਰਕੇ ਸਮੇਂ ਦੀ ਵਿਚਾਰ ਨਹੀਂ ਕਰਨੀ ਚਾਹੀਦੀ। ਉਹ ਤੇ ਤਾਂ ਕਹਿ ਦਿੰਦੇ ਸਵੇਰੇ, ਕਿਉਂਕਿ ਜਿਹੜਾ ਰਾਤ ਨੂੰ ਸੌਂ ਜਾਂਦਾ ਬੰਦਾ ਸਵੇਰੇ ਉੱਠਣਾ ਸੌਖਾ ਹੋ ਜਾਂਦਾ। ਇਹ ਸਮੇਂ ਦੇ ਵਿੱਚ ਆਵਾਜ਼ਾਂ ਵੀ ਘੱਟ ਹੁੰਦੀਆਂ, ਧਿਆਨ ਵੀ ਜ਼ਿਆਦਾ ਲੱਗਦਾ ਵਾ, ਸ਼ਾਂਤ ਸਮਾਂ ਹੁੰਦਾ ਵਾ। ਜਦੋਂ ਸਵੇਰੇ ਸਵੇਰੇ ਵੇਖ ਲਿਓ, ਹੁਣ ਤੇ ਘੱਟ ਆ, ਜਦੋਂ ਪੰਜਾਬ ਦੇ ਵਿੱਚ ਪਿੰਡਾਂ 'ਚ ਪਾਠੀ ਬੋਲਦੇ ਨਾ, 2-3 ਪਿੰਡਾਂ ਤੋਂ ਆਵਾਜ਼ ਆਉਂਦੀ ਪਾਠੀ ਦੀ, ਕਿਉਂਕਿ ਸਵੇਰੇ ਸਵੇਰੇ ਚੀਜ਼ਾਂ ਵੀ ਘੱਟ ਚੱਲਦੀਆਂ, ਸ਼ੋਰ ਸ਼ਰਾਬਾ ਘੱਟ ਹੁੰਦਾ ਵਾ, ਸ਼ਾਂਤ ਮਾਹੌਲ ਹੁੰਦਾ। ਇਹ ਕਰਕੇ ਅੰਮ੍ਰਿਤ ਵੇਲੇ ਨੂੰ ਮਹਾਨਤਾ ਜ਼ਿਆਦਾ ਦਿੱਤੀ ਗਈ ਆ, ਕਰਕੇ ਇਹ ਸਵੇਰ ਨੂੰ ਅੰਮ੍ਰਿਤ ਵੇਲਾ ਕਿਹਾ ਗਿਆ। ਪਰ ਜੇ ਇਹ ਪੰਕਤੀਆਂ ਦਾ ਕਈ ਵੀ ਟਿਕਟੋਕ ਦੇ ਵੀਰਾਂ ਨਾਲ ਵਿਚਾਰ ਚੱਲੀ ਸੀ, ਵੀਰ ਕਹਿੰਦੇ ਇਹ ਪੰਕਤੀ ਇਕੱਲੀ ਨੂੰ ਕਹਿੰਦੇ ਸੀ ਵੀ ਅੰਮ੍ਰਿਤ ਵੇਲਾ ਸੱਚ ਨਾ, ਜਿਹਨੇ ਆਖਿਆ ਨਾ ਗੁਰਬਾਣੀ ਜਿਹੜੇ ਵੇਲੇ ਮਰਜ਼ੀ ਪੜ੍ਹੋ, ਜਦੋਂ ਗੁਰਬਾਣੀ ਪੜ੍ਹਾਂਗੇ ਉਹ ਵੇਲਾ ਹੀ ਅੰਮ੍ਰਿਤ ਵੇਲਾ ਹੋ ਜਾਊਗਾ। ਜਦੋਂ ਅਸੀਂ ਇਹ ਗੱਲ ਕਹੀ ਤੇ ਵੀਰਾਂ ਨੇ ਇਹਦਾ ਵਿਰੋਧ ਕੀਤਾ, ਕਹਿੰਦੇ ਨਹੀਂ, ਇਹ ਪੰਕਤੀ ਦਾ ਸਹਾਰਾ ਲਿਆ, ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਜਦੋਂ ਇਕੱਲੀ ਪੰਕਤੀ ਪੜ੍ਹੀਏ ਫਿਰ ਇਹਦੇ ਅਰਥ ਇਹੋ ਹੀ ਨਿਕਲਦੇ ਆ, ਜਿਹੜੇ ਵੀਰ ਕਹਿੰਦੇ ਆ ਵੀ ਅੰਮ੍ਰਿਤ ਵੇਲਾ ਸੱਚ ਨਾਉ, ਵੀ ਅੰਮ੍ਰਿਤ ਵੇਲਾ ਵਾ ਸੱਚੇ ਦਾ ਨਾਮ ਧਿਆਣਾ ਵਡਿਆਈ ਵਿਚਾਰ ਕਰਨੀ। ਪਰ ਜੇ ਪਿਛਲੀਆਂ 2 ਪੰਕਤੀਆਂ ਪੜ੍ਹੀਏ ਉਹ ਪ੍ਰਸ਼ਨਵਾਚਕ ਹੀ, ਵੀ ਮੋਹ ਕੇ ਬੋਲਣ ਬੋਲੀਏ ਕਿਹੜੇ ਬੋਲ ਬੋਲਾਂਗੇ, ਜਿਤ ਸੁਣ ਧਰੇ ਪਿਆਰ, ਜਿਹੜਾ ਸਾਨੂੰ ਪਿਆਰ ਬਖਸ਼ੇ। ਫਿਰ ਕੇ ਅੱਗੇ ਰੱਖੀਏ ਜਿਤ ਦਿਸੇ ਦਰਬਾਰ, ਜਦੋਂ ਉਹ ਦਿਖੂਗਾ ਤੇ ਫਿਰ ਅਸੀਂ ਕੀ ਅੱਗੇ ਰੱਖਾਂਗੇ, ਮੋਹ ਕੇ ਬੋਲਣ ਬੋਲੀਏ ਜਿਤ ਸੁਣ ਧਰੇ ਪਿਆਰ। ਤੇ ਇਹ ਉਹਨਾਂ ਪੰਕਤੀਆਂ ਦੇ ਗੜੀ ਜਵਾਬ ਆ।
ਅੰਮ੍ਰਿਤ ਵੇਲਾ ਉਹ ਵੇਲਾ ਜਦੋਂ ਰੱਬ ਦੇ ਦਰਸ਼ਨ ਹੋਏ, ਉਹ ਵੇਲਾ ਅੰਮ੍ਰਿਤ ਵੇਲਾ ਵਾ। ਸੱਚ ਨਾਮ, ਜਦੋਂ ਸੱਚ ਨਾਮ ਵਾਲੇ ਦੇ ਦਰਸ਼ਨ ਹੋਏ ਨਾ, ਸੱਚੇ ਦਾ ਨਾਮ ਤੇ ਹੋਣਾ, ਵਡਿਆਈ ਵਿਚਾਰ ਕਰਨੀ ਫਿਰ ਉਹਦੀ। ਜਦੋਂ ਅੰਮ੍ਰਿਤ ਵੇਲਾ, ਇਹਨਾਂ ਗੁਰਬਾਣੀ ਦੇ ਵਿੱਚ ਫਿਰ ਜਪਜੀ ਸਾਹਿਬ ਵਿੱਚ ਉਹ ਵੇਲੇ ਨੂੰ ਅੰਮ੍ਰਿਤ ਵੇਲਾ ਕਿਹਾ ਗਿਆ ਜਦੋਂ ਉਹਦੀ ਸੱਚਾਈ ਦੇ ਦਰਸ਼ਨ ਹੋਣੇ, ਜਦੋਂ ਰੱਬ ਦੀ ਹੋਣ ਦਾ ਪਤਾ ਲੱਗਣਾ ਵਾ। ਉੱਦਾਂ ਦੇ ਕਈ ਜਾਂਦੇ ਜਦੋਂ ਆਪ ਦਰਸ਼ਨ ਹੋਏ। ਅੰਮ੍ਰਿਤ ਵੇਲਾ, ਉਹ ਵੇਲੇ ਨੂੰ ਅੰਮ੍ਰਿਤ ਵੇਲਾ ਕਿਹਾ ਗਿਆ। ਅਤੇ ਅੰਮ੍ਰਿਤ ਵੇਲੇ 'ਚ ਅਸੀਂ ਇਹ ਨਹੀਂ ਕਹਿ ਸਕਦੇ ਵੀ ਰੱਬ ਸਿਰਫ ਸਵੇਰੇ ਸਵੇਰੇ ਮਿਲਦਾ ਵਾ, ਸ਼ਾਮਾਂ ਨੂੰ ਨਹੀਂ ਮਿਲਦਾ, ਬਿਜੀ ਹੁੰਦਾ। ਉਹ ਸਵੇਰ ਵੀ ਹੋ ਸਕਦੀ ਹੈ ਅੰਮ੍ਰਿਤ ਵੇਲਾ, ਉਹ ਰਾਤ ਦੇ 12 ਵਜੇ ਵੀ ਹੋ ਸਕਦੇ ਆ, ਉਹ ਰਾਤ ਦੇ 10 ਵੀ ਹੋ ਸਕਦੇ ਆ, ਉਹ ਦੁਪਹਿਰ ਦਾ 1 ਵਜੇ ਵੀ ਹੋ ਸਕਦਾ ਅੰਮ੍ਰਿਤ ਵੇਲਾ, ਜਦੋਂ ਉਹਦੀ ਦਰਸ਼ਨ ਹੋਏ। ਇਹ ਅਸੀਂ ਸਵੇਰ ਨੂੰ ਲੈ ਕੇ ਚੱਲਦੇ ਹਾਂ। ਜੇ ਅਸੀਂ ਪਿਛਲੀਆਂ 2 ਪੰਕਤੀਆਂ ਪੜ੍ਹੀਏ, ਦੋਵੇਂ ਪ੍ਰਸ਼ਨਵਾਚਕ ਆ, ਅਤੇ ਇਹ ਉਹਨਾਂ ਦੇ ਜਵਾਬ ਆ। ਫਿਰ ਕੀ ਅੱਗੇ ਰੱਖੀਏ, ਜੇ ਦਿਸੇ ਦਰਬਾਰ ਕੀ ਰੱਖਾਂਗੇ ਅੱਗੇ? ਜਦੋਂ ਦਰਬਾਰ ਦਿਖਣਾ, ਉਹ ਵੇਲਾ ਅੰਮ੍ਰਿਤ ਵੇਲਾ, ਜਦੋਂ ਉਹਦੀ ਸੱਚਾਈ ਦੇ ਦਰਸ਼ਨ ਹੋਣੇ ਆ। ਅੰਮ੍ਰਿਤ ਵੇਲਾ ਸੱਚ ਨਾਮ ਵਡਿਆਈ ਵਿਚਾਰ, ਉਹਦੀ ਵਡਿਆਈ ਵਿਚਾਰ ਹੀ ਕਰਨੀ ਆ ਉਸ ਵੇਲੇ। ਮੂੰਹੋਂ ਕੇ ਬੋਲਣ ਬੋਲੀਏ, ਵੀ ਮੂੰਹ ਜਿਹੜੇ ਬੋਲਣੇ ਉਹ ਵਡਿਆਈ ਵਿਚਾਰ ਹੀ ਕਰਨੀ ਆ। ਦਰਬਾਰ ਦਿਖਣ ਵਾਲਾ ਜਿਹੜਾ ਸਮਾਂ ਵਾ, ਉਹ ਉਹਦੀ ਸੱਚਾਈ ਦਾ ਪਤਾ ਲੱਗਣ ਵਾਲਾ, ਉਹ ਅੰਮ੍ਰਿਤ ਵੇਲਾ। ਅੰਮ੍ਰਿਤ ਵੇਲਾ ਸੱਚ ਨਾਮ ਵਡਿਆਈ ਵਿਚਾਰ, ਕਰਮੀ ਆਵੇ ਕੱਪੜਾ, ਉਹਦੀ ਮਿਹਰ ਨਾ ਆਵੇ ਕੱਪੜਾ, ਇਹ ਸਮਾਂ ਆਉਂਦਾ ਵਾ। ਕੱਪੜਾ ਪ੍ਰੋਫੈਸਰ ਸਾਹਿਬ ਸਿੰਘ ਹੋਣਾ ਪ੍ਰੇਮ ਪਟੋਲਾ ਕਿਹਾ, ਉਹਦਾ ਪ੍ਰੇਮ ਉਹਦੇ ਨੂੰ ਕਿਹਾ ਵਾ। ਪਰ ਚਲੋ ਅਸੀਂ ਵਿਚਾਰ ਹੀ ਕਰਨ ਦੇ ਇੱਕ ਛੋਟੀ ਜਿਹੀ, ਜੇ ਪਿੱਛੇ ਸਮੇਂ ਦੀ ਗੱਲ ਹੋਈ ਅੰਮ੍ਰਿਤ ਵੇਲਾ, ਵੀ ਉਹ ਜਦੋਂ ਉਹਦੇ ਦਰਸ਼ਨਾਂ ਦੀ ਗੱਲ ਹੋ ਜਾਂਦੀ ਆ, ਅਤੇ ਅਸੀਂ ਕੱਪੜੇ ਨੂੰ, ਕਿਉਂਕਿ ਜਦੋਂ ਕਵੀ ਵਰਤਦੇ ਫਿਰ ਅਲਫਾਜ਼ ਆਪਣੇ ਹਿਸਾਬ ਨਾਲ ਵਰਤਦੇ ਆ। ਗੁਰੂ ਨਾਨਕ ਸਾਹਿਬ ਨਾਲ ਕਾਵਿ ਰਚਨਾ ਦੀ ਗੁਰਬਾਣੀ ਰਚੀ ਆ। ਕੱਪੜੇ ਨੂੰ ਜੇ ਅਸੀਂ ਸਮੇਂ ਦੇ ਵਿੱਚ ਲਈਏ, ਕਰਮੀ ਆਵੇ ਕੱਪੜਾ, ਵੀ ਕੱਪੜਾ ਉਹ ਸਮਾਂ, ਉਹ ਭਾਗ, ਕਰਮੀ ਆਵੇ ਉਹ ਉਹਦੀ ਬੜੇ ਕਰਮਾਂ ਭਾਗਾਂ ਨਾਲ, ਉਹਦੀ ਬਖਸ਼ਿਸ਼ ਨਾਲ ਇਹ ਕਰਮੀ ਆਵਾ ਕੱਪੜਾ, ਵੀ ਉਹ ਸਮਾਂ ਆਉਂਦਾ ਵਾ। ਨਦਰੀ ਮੋਖ ਦੁਆਰ, ਜਦੋਂ ਉਹਦੇ ਦਰਸ਼ਨ ਕੀਤਿਆਂ ਨਦਰੀ ਨਦਰ ਬੰਦਾ ਨਿਹਾਲ ਹੋ ਜਾਂਦਾ ਵਾ, ਬੰਦੇ ਨੂੰ ਜਦੋਂ ਸੱਚਾਈ ਦਾ ਪਤਾ ਲੱਗਦਾ ਵਾ। ਅੰਮ੍ਰਿਤ ਵੇਲਾ ਸੱਚ ਨਾਮ ਵਡਿਆਈ ਵਿਚਾਰ, ਉਹ ਸਮਾਂ ਅੰਮ੍ਰਿਤ ਵੇਲਾ ਵਾ, ਅਤੇ ਉਹਦੀ ਵਡਿਆਈ ਵਿਚਾਰ ਕਰਨੀ ਆ। ਕਰਮੀ ਆਵੇ ਕੱਪੜਾ, ਉਹ ਕਰਮਾਂ ਬੜੇ ਭਾਗਾਂ ਨਾਲ, ਉਹਦੀ ਮਿਹਰ ਨਾਲ ਹੀ ਕਰਮੀ ਆਵੇ ਕੱਪੜਾ। ਨਦਰੀ ਮੋਖ ਦੁਆਰ, ਵੀ ਜਦੋਂ ਨਦਰ ਬੰਦਾ ਨਿਹਾਲ ਹੋ ਜਾਂਦਾ, ਉਹ ਬੜੇ ਕਰਮਾਂ ਭਾਗਾਂ ਨਾਲ ਸਮਾਂ ਆਉਂਦਾ। ਨਾਨਕ ਇਵੇਂ ਜਾਣੀਏ, ਇਵੇਂ ਜਾਣੀਏ ਸਭ ਆਪੇ ਸਚਿਆਰ ਹੋਏ, ਸਭ ਕੁਝ ਆਪੇ ਸਚਿਆਰ ਹੋ ਜਾਂਦਾ। ਕਿਵੇਂ ਜਾਣੀਏ? ਜਿਵੇਂ ਅਸੀਂ ਪਿੱਛੇ 5 ਪੰਕਤੀਆਂ ਪੜ੍ਹ ਕੇ ਆਏ ਹਾਂ। ਪਹਿਲੀ ਉਹ ਸੱਚ ਆ ਸਭ ਸੱਚ ਨਹੀਂ, ਵੀ ਸੋਚ ਰੱਖਣ ਦੀ ਗੱਲ ਕੀਤੀ, ਵੀ ਉਹਨਾਂ ਵੀ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਸੋਚ ਰੱਖਣ ਨਾਲ ਵੀ ਰੱਬ ਨਹੀਂ ਮਿਲਣਾ। ਫਿਰ ਮੌਨ ਧਾਰਿਆਂ ਵੀ ਰੱਬ ਨਹੀਂ ਮਿਲਣਾ। ਉਹਨਾਂ ਨਹਾਉਣ ਦੀ ਗੱਲ ਵੀ ਕੀਤੀ ਆ, ਸੋਚ ਰੱਖਣ ਦੀ ਗੱਲ ਵੀ ਕੀਤੀ। ਜੇ ਭੰਡਾਰਿਆਂ ਨਾਲ ਮਨ ਰਜਾਲੀਏ, ਉਹਨਾਂ ਵੀ ਰੱਬ ਨਹੀਂ ਮਿਲਣਾ, ਵੀ ਖਰੇ ਮਨ ਫਿਰ ਰੱਬ ਵੱਲ ਲੱਗ ਜੂਗਾ। ਫਿਰ ਕਹਿੰਦੇ ਵੀ ਜਦੋਂ ਸਾਰੀਆਂ ਚੀਜ਼ਾਂ ਉਹਨੂੰ ਗਾ ਕੇ ਪਤਾ ਲੱਗਣਾ ਵਾ, ਵੀ ਗਾਉਣ ਵਾਲੇ ਕਿੰਨੇ ਕਿੰਨੇ ਆ। ਜਦੋਂ ਰੱਬ ਦੀ ਸਮਝ ਆਈ ਨਾ, ਉਹ ਸੱਚਾਈ ਦਾ ਪਤਾ ਲੱਗਾ, ਫਿਰ ਨਾਨਕ ਇਹ ਵੈ ਜਾਣੀਏ। ਜਦੋਂ ਪਿਛਲੀਆਂ ਪੰਕਤੀਆਂ ਨੂੰ ਸਾਰੀਆਂ ਨੂੰ ਪੜ੍ਹ ਕੇ ਵਿਚਾਰਾਂਗੇ ਨਾ, ਕਹਿੰਦੇ ਜੇ ਇਵੇਂ ਹੁੰਦਾ ਨਾ, ਜਦੋਂ ਉਹ ਫਿਰ ਅੰਮ੍ਰਿਤ ਵੇਲਾ ਆਉਂਦਾ ਵਾ, ਉਹਦੀ ਸੱਚਾਈ ਦੇ ਦਰਸ਼ਨ ਹੁੰਦੇ। ਨਾਨਕ ਇਵੇਂ ਜਾਣੀਏ, ਜਿਵੇਂ ਪਿਛਲੇ ਸਾਰੀ ਪੰਕਤੀਆਂ ਦੇ ਸਮਝਾਇਆ ਗਿਆ ਵਾ, ਇੱਕ ਸੋਚ ਰੱਖਿਆ ਨਹੀਂ ਮਿਲਣਾ। ਉਹਦੇ ਹੁਕਮ 'ਚ ਰਜਾ 'ਚ ਚੱਲ ਕੇ, ਉਹਦੇ ਹੁਕਮ 'ਚ ਦਾ ਜੋ ਨਿਯਮ ਆ, ਉਹਦੇ ਵਿੱਚ ਚੱਲ ਕੇ, ਹੁਕਮੀ ਹੋਣ ਆਕਾਰ ਦੀਆਂ ਪੰਕਤੀਆਂ ਦੇ ਵੀ ਅਰਥ ਕੀਤੇ ਨਾ ਪਿੱਛੇ। ਉਹਦੇ ਹੁਕਮ 'ਚ ਚੱਲ ਕੇ, ਉਹਦੀ ਰਜਾ 'ਚ ਚੱਲ ਕੇ, ਉਹਨੂੰ ਗਾ ਕੇ, ਉਹਨੂੰ ਸਮਝ ਕੇ ਹੈ ਕੀ ਆ, ਫਿਰ ਉਹਦੇ ਦਰਸ਼ਨ ਹੋਣੇ, ਫਿਰ ਬੰਦਾ ਸਚਿਆਰ ਹੋ ਸਕਦਾ। ਨਾਨਕ ਇਹ ਵੈ ਜਾਣੀਏ ਸਭ ਆਪੇ ਸਚਿਆਰ, ਫਿਰ ਸਭ ਆਪਣੇ ਆਪ ਸਚਿਆਰ ਹੁੰਦਾ ਉਹਦੀ ਜਦੋਂ ਰਜਾ 'ਚ, ਉਹਦੇ ਨਿਯਮਾਂ ਦੇ ਵਿੱਚ ਚੱਲਾਂਗੇ। ਅਤੇ ਜਿਹੜੇ ਅਸੀਂ ਕਹਿ ਦਿੰਦੇ ਹਾਂ ਚਮਤਕਾਰਾਂ ਤੋਂ ਬਚ ਕੇ, ਵੀ ਬਿਨਾਂ ਜੀ ਕਿ ਬਾਪ ਤੋਂ ਬੱਚਾ ਪੈਦਾ ਹੋ ਗਿਆ ਜੀ ਚਮਤਕਾਰ ਆ, ਹੋਰ ਇੱਦਾਂ ਦੇ ਚਮਤਕਾਰ ਜਿਹੜੇ ਬਿਨਾਂ ਹੁਣ ਬੀ ਤੋਂ ਰੁੱਖ ਪੈਦਾ ਹੋ ਜਾਣੇ ਆ, ਇਹ ਚੀਜ਼ਾਂ ਤੋਂ ਬਚ ਕੇ ਫਿਰ ਹੀ ਸਚਿਆਰ ਬੰਦਾ ਹੁੰਦਾ, ਸੱਚਾਈ ਦੇ ਦਰਸ਼ਨ ਕਰਕੇ, ਰੱਬ ਦੇ ਦਰਸ਼ਨ ਕਰਕੇ। ਅਤੇ ਪੰਕਤੀਆਂ ਦੇ ਜਦੋਂ ਅਸੀਂ ਕੱਲੀ ਕੱਲੀ ਦਾ ਐਵੇਂ ਕੱਲੀ ਕੱਲੀ ਲੈ ਕੇ ਅਰਥ ਪੜ੍ਹਾਂਗੇ, ਉਹਦੇ ਅਰਥ ਹੋਰ ਹੋਣਗੇ, ਜਦੋਂ ਸਾਰੀਆਂ ਪੜ੍ਹਾਂਗੇ ਅਰਥ ਹੋਰ ਹੋਣਗੇ। ਬਾਕੀ ਚਲੋ ਆਪੋ ਆਪਣੀ ਸੋਚ ਆ, ਇਹ ਛੋਟੀ ਜਿਹੀ ਵਿਚਾਰ ਹੀ, ਕਿਉਂਕਿ ਟਿਕਟੋਕ ਦੇ ਉੱਤੇ ਬੜੀ ਵਿਚਾਰ ਚੱਲਦੀ ਸੀ ਕਿ ਅੰਮ੍ਰਿਤ ਵੇਲੇ 'ਤੇ ਅਸੀਂ ਗੱਲ ਕਹੀ ਸੀ ਵੀ ਜਿਹੜੇ ਵੇਲੇ ਮਰਜ਼ੀ ਬਾਣੀ ਪੜ੍ਹੀ ਜਾ ਸਕਦੀ, ਜਦੋਂ ਬਾਣੀ ਪੜ੍ਹਦੀ ਉਹ ਅੰਮ੍ਰਿਤ ਵੇਲਾ। ਅਤੇ ਵੀਰ ਕਹਿੰਦੇ ਨਹੀਂ, ਆ ਪੰਕਤੀ ਦਾ ਸਹਾਰਾ ਲਿਆ ਹੈ ਵੀਰਾਂ ਨੇ, ਮਤਲਬ ਵੀ
ਇਹ ਪੰਕਤੀ ਪੜ੍ਹੀ ਸੀ, ਪਰ ਜਦੋਂ ਧਿਆਨ ਨਾਲ ਸਾਰੀਆਂ ਪੰਕਤੀਆਂ ਪੜ੍ਹੀਏ ਤੇ ਇਹਦੇ ਅਰਥ ਹੀ ਹੋਰ ਨਿਕਲਦੇ ਆ। ਕਰਕੇ ਸਾਰੇ ਗੁਰਬਾਣੀ ਪੜ੍ਹਿਆ ਕਰੋ, ਵਿਚਾਰਿਆ ਕਰੋ। ਪੜ੍ਹਾਂਗੇ ਵਿਚਾਰਾਂਗੇ ਫੇਰ ਹੀ ਸਾਡੇ ਕੋਲ ਪੱਲੇ ਪੈਣਾ ਵਾ, ਨਹੀਂ ਤੇ ਹਾਣੇ ਬਜ਼ੁਰਗਾਂ ਵਾਂਗੂ ਮੱਥੇ ਟੇਕਦੇ ਰਹਿ ਜਾਣਾ ਵਾ, ਸਾਡੀ ਸਮਝ ਕੁਛ ਨਹੀਂ ਲੱਗਣਾ। ਬਜ਼ੁਰਗਾਂ ਨੂੰ ਸਮਝ ਬਹੁਤਾਤ ਵਿੱਚ ਕੁਛ ਨਹੀਂ ਆ, ਬਸ ਮੱਥੇ ਹੀ ਟੇਕਦੇ ਆ। ਕਰਕੇ ਕੋਸ਼ਿਸ਼ ਕਰਿਆ ਕਰੋ। ਗੁਰਬਾਣੀ ਜੇ ਦਾਹੰਗ ਪੜ੍ਹਦੇ ਜੇ ਰੋਜ਼ ਹੈ ਨਾ ਸਹਿਜ ਪਾਠ ਦੇ, ਇੱਕ ਹੀ ਪੜ੍ਹ ਲਓ ਬੜਾ ਵਾ, ਪਰ ਉਹਨੂੰ ਸਮਝੋ ਵੀ ਨਾਲ, ਥੋੜ੍ਹੀ ਕੋਸ਼ਿਸ਼ ਕਰਿਆ ਕਰੋ। ਬਾਕੀ ਚਲੋ ਸਾਰੇ ਥੋੜ੍ਹੀ ਥੋੜ੍ਹੀ ਕੋਸ਼ਿਸ਼ ਕਰੀਏ ਤੇ ਫਿਰ ਹੀ ਗੁਰਬਾਣੀ ਦੀ ਸਮਝ ਆਉਣੀ ਆ। ਆਖਿਓ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।